ਵਾਹਿਗੁਰੂ ਸਾਹਿਬ ਜੀ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖਹੁ ਰਾਖਣਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਨਾਨਕ ਕਉ ਗੁਰ ਪੂਰਾ ਭੇਟਿਓ, ਸਗਲੇ ਦੁਖ ਬਿਨਾਸੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਬੜ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰਿ ਕੇ ਗੁਣ ਗਾਹੇ। ਬੜ ਭਾਗੀ ਤੇ ਜਨ ਜਗ ਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਸਿੰਘਾਸਨਾਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਸਤਿਗੁਰਾਂ ਦਾ ਖਾਸ ਰੂਪ ਸਾਧ ਸੰਗਤ ਜੀਓ, ਵਡਭਾਗੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸੁਭਾਗ ਭਰਾ ਸਮਾਂ ਬਖਸ਼ਿਸ਼ ਕੀਤਾ ਹੈ। ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿਰਾ ਸਾਹਿਬ ਆਰਤੀ ਆਰਤਾ ਦੇ ਕੀਰਤਨ ਆਪ ਜੀ ਨੇ ਸ਼ਰਵਣ ਕੀਤੇ। ਚੱਲ ਰਹੀ ਲੜੀਵਾਰ ਕਥਾ ਵਿਚਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਨੂੰ ਸਮਰਪਿਤ 14ਵੀਂ ਅਸ਼ਟਪਦੀ ਦੇ ਉੱਪਰ ਵਿਚਾਰ ਪਹੁੰਚ ਚੁੱਕੀ ਹੈ। 14ਵੀਂ ਅਸ਼ਟਪਦੀ ਦੀਆਂ 2 ਪਦੇ ਜਿਹੜੇ ਨੇ ਉਹ ਵਿਚਾਰੇ ਜਾ ਚੁੱਕੇ ਹਨ। ਸਤਿਗੁਰੂ ਜੀ ਹਰ ਇੱਕ ਅਸ਼ਟਪਦੀ ਦੇ ਵਿੱਚ ਇੱਕ ਵੱਖਰਾ ਭਾਵ ਲੈ ਕਰਕੇ ਮਨੁੱਖ ਨੂੰ ਸਮਝਾਉਣ ਦਾ ਯਤਨ ਕਰਦੇ ਹਨ। ਇਸੇ ਤਰ੍ਹਾਂ ਇਸ ਅਸ਼ਟਪਦੀ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਮਨੁੱਖ ਨੂੰ ਸਮਝਾਉਣਾ ਕੀਤਾ ਹੈ ਕਿ ਹੇ ਭਾਈ, ਦੁਨੀਆ ਦੀ ਆਸ ਦੁਨੀਆ ਦੀ ਓਟ ਤਿਆਗ ਦੇ, ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ 'ਤੇ ਹੀ ਆਸਰਾ ਰੱਖ। ਉਸ ਤੋਂ ਬਗੈਰ ਤੇਰਾ ਕੋਈ ਵੀ ਸਹਾਰਾ ਨਹੀਂ ਹੈ। ਜੇ ਸਹਾਰਾ ਹੈ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ। ਸੋ ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ, ਮਨੁੱਖ ਨੂੰ ਸਮਝਾਉਂਦੇ ਹਨ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਯਾਦ ਕਰ, ਹਮੇਸ਼ਾ ਚੇਤੇ ਕਰ। ਤੀਸਰੇ ਪਦੇ ਤੋਂ ਵਿਚਾਰ ਆਰੰਭ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਲਵਾਈਏ, ਗੁਰੂ ਪਾਸੋਂ ਅਸੀਸ ਮੰਗੀਏ। ਸਤਿਗੁਰੂ ਜੀ ਕਿਰਪਾ ਕਰਿਓ, ਸਰੀਰ ਕਰਕੇ ਹਾਜ਼ਰ ਹਾਂ, ਮਨ ਕਰਕੇ ਵੀ ਹਾਜ਼ਰ ਹੋ ਸਕੀਏ, ਪਵਿੱਤਰ ਵਿਚਾਰ ਕਰ ਸੁਣ ਸਕੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੜ ਭਾਗੀ ਤੇ ਜਨ ਜਗ ਮਾਹੇ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹਨ। ਕਹਿਣ ਲੱਗੇ ਉਹ ਜੀਵ ਵੱਡਿਆਂ ਭਾਗਾਂ ਵਾਲੇ ਹਨ ਇਸ ਸੰਸਾਰ ਦੇ ਉੱਪਰ ਜਿਹੜੇ ਆਏ ਹਨ।
ਸਦਾ ਸਦਾ ਹਰ ਕੇ ਗੁਣ ਗਾਹੇ। ਕੌਣ ਹਨ ਵਡਭਾਗੇ? ਮਹਾਰਾਜ ਜੀ ਕਹਿਣ ਲੱਗੇ ਜਿਹੜੇ ਸਦਾ ਸਦਾ ਭਾਵ ਹਮੇਸ਼ਾ ਹਮੇਸ਼ਾ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਅਠੇ ਪਹਿਰ ਇਕ ਤੇ ਲਿਵੈ ਮੰਨੇਨ ਹੁਕਮ ਅਪਾਰ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਚੱਲਦੇ ਹਨ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹ ਆ, ਭੇਦ ਨਾ ਜਾਣਹੁ ਮੂਲ ਸਾਈ ਜਿਹੇ ਆ। ਜਿਨ੍ਹਾਂ ਨੂੰ ਕਦੇ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ, ਹਮੇਸ਼ਾ ਵਾਹਿਗੁਰੂ ਨੂੰ ਚੇਤੇ ਕਰਕੇ ਰੱਖਦੇ ਹਨ। ਸਤਿਗੁਰੂ ਜੀ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਹਨ ਜਿਹੜੇ ਇਸ ਸੰਸਾਰ ਤੇ ਆਏ ਤੇ ਵਾਹਿਗੁਰੂ ਦਾ ਨਾਮ ਜਪਦੇ ਹਨ। ਕਿਉਂਕਿ ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ ਭਜਹੁ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਲਾਹਾ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰਹਿਣ। ਮਹਾਰਾਜ ਜੀ ਕਹਿਣ ਲੱਗੇ ਅਵਸਥਾ ਰੂਪੀ ਰਾਤ ਜਿਹੜੀ ਹੈ ਉਹ ਤੇਰੀ ਘਟਦੀ ਜਾ ਰਹੀ ਹੈ, ਦਿਨ ਦਿਨ ਔਧ ਘਟੈ। ਮਹਾਰਾਜ ਜੀ ਕਹਿਣ ਲੱਗੇ ਜਿਹੜੀ ਉਮਰ ਹੈ ਇੱਕ ਇੱਕ ਦਿਨ ਕਰਕੇ ਜਿਹੜੀ ਘਟਦੀ ਜਾ ਰਹੀ ਹੈ, ਇਸ ਕਰਕੇ ਇਹ ਮੇਰੇ ਮਨਾ ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਜਪ। ਜਿਹੜੇ ਜਪਦੇ ਹਨ ਉਹ ਵੱਡਿਆਂ ਭਾਗਾਂ ਵਾਲੇ ਹਨ। ਰਾਮ ਨਾਮ ਜੋ ਕਰਹਿ ਵਿਚਾਰ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਮਨੁੱਖ ਵਾਹਿਗੁਰੂ ਦੇ ਨਾਮ ਦਾ ਵਿਚਾਰ ਕਰਦਾ ਹੈ, ਭਾਵ ਦੁਨੀਆ ਦੀਆਂ ਗੱਲਾਂ ਬਾਤਾਂ ਛੱਡ ਕੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਸੁਣਦਾ ਹੈ, ਜੇ ਕੋਈ ਗੱਲਬਾਤ ਵੀ ਕਰਦਾ ਹੈ ਤੇ ਵਾਹਿਗੁਰੂ ਦੇ ਬਾਬਤ ਹੀ ਕਰਦਾ ਹੈ। ਭਾਈ ਗੁਰਦਾਸ ਜੀ ਲਿਖਦੇ ਨੇ ਇੱਕ ਸਿੱਖ ਦੋਏ ਸਾਧ ਸੰਗਤ ਹੈ, ਜੇ ਇੱਕ ਹੈ ਤਾਂ ਸਿੱਖ ਹੈ, ਜੇ ਦੋ ਸਿੱਖ ਇਕੱਠੇ ਹੋਏ ਤੇ ਗੁਰੂ ਦੀਆਂ ਬਾਤਾਂ ਕਰ ਰਹੇ ਨੇ ਉਹ ਸਾਧ ਸੰਗਤ ਹੋ ਜਾਂਦੀ ਹੈ। ਤੇ ਮਹਾਰਾਜ ਜੀ ਕਹਿਣ ਲੱਗੇ ਜਿਹੜੇ ਵਾਹਿਗੁਰੂ ਦੇ ਨਾਮ ਦੀ ਵਿਚਾਰ ਕਰਦੇ ਹਨ, ਸੇ ਧਨਵੰਤ ਗਨੀ ਸੰਸਾਰ। ਗਨੀ ਮਤਲਬ ਗਿਣੇ ਜਾਂਦੇ ਨੇ, ਉਹ ਅਸਲੀ ਧਨਵੰਤ ਧਨੀ ਹਨ। ਉਹਨਾਂ ਕੋਲੇ ਐਸਾ ਧਨ ਨਾਮ ਧਨ ਆ ਗਿਆ ਨਾ ਨਿਖੁੱਟੈ ਨਾ ਜਾਏ। ਦੁਨੀਆ ਦੇ ਧਨ ਨੂੰ ਚੋਰ ਚੁਰਾ ਕੇ ਲੈ ਜਾ ਸਕਦੇ ਨੇ, ਸਰਕਾਰਾਂ ਕਈ ਤਰ੍ਹਾਂ ਦੇ ਟੈਕਸ ਲਾ ਕੇ ਤੁਹਾਡੇ ਹੱਥੋਂ ਖੋਹ ਕੇ ਲਿਜਾ ਸਕਦੀਆਂ ਨੇ, ਪਰ ਨਾਮ ਧਨ ਇੱਕ ਐਸਾ ਹੈ ਮਹਾਰਾਜ ਜੀ ਕਹਿੰਦੇ ਨਾ ਤੇ ਉਹਨੂੰ ਕੋਈ ਚੋਰ ਲਿਜਾ ਸਕਦਾ ਹੈ ਤੇ ਨਾ ਉਹ ਧਨ ਤੁਹਾਡੇ ਕੋਲੋਂ ਗਾਇਬ ਹੋ ਸਕਦਾ ਹੈ। ਸੇ ਧਨਵੰਤ ਉਹ ਅਸਲੀ ਧਨੀ ਹਨ ਸੰਸਾਰ ਵਿੱਚ। ਮਨ ਤਨ ਮੁਖ ਬੋਲੇ ਹਰ ਮੁਖੀ। ਜਿਹੜਾ ਮਨੁੱਖ ਆਪਣੇ ਮਨ ਕਰਕੇ ਤਨ ਕਰਕੇ ਤੇ ਫਿਰ ਇਸੇ ਤਰ੍ਹਾਂ ਰਸਨਾ ਨਾਲ ਮੁਖ ਦੇ ਨਾਲ ਮੁਖੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ, ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਸਦਾ ਸਦਾ ਜਨ ਤੇ ਸੁਖੀ। ਮਹਾਰਾਜ ਜੀ ਕਹਿਣ ਲੱਗੇ ਸਦਾ ਸਦਾ ਭਾਵ ਹਮੇਸ਼ਾ ਹਮੇਸ਼ਾ ਕੋਈ ਵੀ ਐਸਾ ਪਲ ਕੋਈ ਵੀ ਐਸਾ ਛਿਨ ਸਮਾਂ ਨਹੀਂ ਹੋਵੇਗਾ ਕਿ ਉਹ ਦੁਖੀ ਹੋਵੇਗਾ, ਉਹ ਹਮੇਸ਼ਾ ਸੁਖੀ ਹੀ ਰਹੇਗਾ। ਜਿਹੜਾ ਹਮੇਸ਼ਾ ਮਨ ਕਰਕੇ ਤਨ ਕਰਕੇ ਰਸਨਾ ਦੇ ਨਾਲ ਮੁਖੀ ਪ੍ਰਮਾਤਮਾ ਦਾ ਗੁਣ ਗਾਵੇਗਾ, ਹਮੇਸ਼ਾ ਹਮੇਸ਼ਾ ਉਹ ਸੁਖੀ ਰਹੇਗਾ। ਇੱਕ ਪਛਾਨੈ। ਤੇ ਜਿਨ੍ਹਾਂ ਨੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਪਹਿਲਾਂ ਵੀ ਸੱਚਾ ਸੀ ਹੁਣ ਵੀ ਸੱਚਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚਾ ਰਹੇਗਾ, ਜਿਹੜਾ ਤਿੰਨਾਂ ਕਾਲਾਂ ਦੇ ਵਿੱਚ ਸੱਚਾ ਹੈ ਸੱਚਾ ਸੀ ਸੱਚਾ ਰਹੇਗਾ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਐਸਾ ਜੋ ਅਕਾਲ ਪੁਰਖ ਹੈ ਤ੍ਰਿਕਾਲ ਆਬਾਦ ਰੂਪ ਹੈ ਜੋ ਸੱਚਾ ਹੈ ਸੱਚਾ ਸੀ ਸੱਚਾ ਰਹੇਗਾ, ਉਸ ਵਾਹਿਗੁਰੂ ਨੂੰ ਜਿਸ ਨੇ ਪਛਾਣ ਲਿਆ ਇਤ ਉਤ ਕੀ ਉਹ ਸੋਜੀ ਜਾਣੈ। ਉਸੇ ਨੂੰ ਹੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਕਿਹਾ, ਉਸੇ ਪੁਰਖ ਨੂੰ ਹੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਧ ਕਿਹਾ, ਉਸੇ ਪੁਰਸ਼ ਨੂੰ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਤਪੁਰਖ ਕਿਹਾ, ਉਸੇ ਹੀ ਪੁਰਖ ਨੂੰ ਸਤਿਗੁਰੂ ਜੀ ਨੇ ਸੰਤ ਕਿਹਾ। ਕਹਿਣ ਲੱਗੇ ਉਹ ਇਤ ਉਤ ਕੀ ਉਹ ਸੋਝੀ ਜਾਣੈ। ਇਤ ਮਤਲਬ ਇਸ ਲੋਕ ਦੀ, ਉਤ ਮਤਲਬ ਅਗਲੇ ਲੋਕ ਦੀ, ਦੋਨਾਂ ਲੋਕਾਂ ਦਾ ਜਿਹੜਾ ਹੈ ਉਹਨੂੰ ਗਿਆਤ ਹੋ ਜਾਂਦਾ ਹੈ, ਸੋਝੀ ਆ ਜਾਂਦੀ ਹੈ। ਨਾਮ ਸੰਗ ਜਿਸ ਕਾ ਮਨ ਮਾਨਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵਾਹਿਗੁਰੂ ਦੇ ਨਾਮ ਦੇ ਨਾਲ ਜਿਸ ਸ਼ਖਸ ਦਾ ਮਨ ਮੰਨ ਗਿਆ, ਭਾਵ ਇਹ ਕਿ ਦੁਨੀਆ ਦੇ ਰੰਗ ਤਮਾਸ਼ਿਆਂ ਦੇ ਵਿੱਚ ਸਾਡਾ ਮਨ ਭੱਜ ਦੌੜਦਾ ਹੈ। ਕਿਤੇ ਖਿਆਲ ਕਰਕੇ ਦੇਖਿਓ
ਪਾਤਸ਼ਾਹ ਨੇ ਬਚਨ ਕਹੇ ਨੇ, ਮਨ ਜੀਤੈ ਜਗ ਜੀਤ। ਜਿਹਨੇ ਮਨ ਨੂੰ ਜਿੱਤ ਲਿਆ ਉਹਨੇ ਸੰਸਾਰ ਨੂੰ ਜਿੱਤ ਲਿਆ। ਸੱਚਮੁੱਚ ਮਨ ਨੂੰ ਜਿੱਤਣਾ ਬੜਾ ਔਖਾ ਹੈ। ਗੁਰੂ ਚਰਨਾਂ ਵਿੱਚ ਖੜ ਕੇ ਜਦੋਂ ਅਰਦਾਸ ਕਰਦੇ ਹਾਂ, ਕਿਤੇ ਬਿਰਤੀ ਨੂੰ ਟਿਕਾ ਕੇ ਦੇਖਿਓ, ਅਸੀਂ ਕਿੰਨਾ ਕੁ ਸਮਾਂ ਅਰਦਾਸ ਕਰਦੇ ਆਪਣੇ ਮਨ ਨੂੰ ਰੋਕ ਸਕਦੇ, ਤੇ ਅਰਦਾਸ ਕਰਦਾ ਵੀ ਨਹੀਂ ਖੜਦਾ, ਉਦੋਂ ਭੱਜ ਦੌੜਦਾ ਹੈ। ਮਨ ਬਹੁਤ ਮੁਸ਼ਕਲ ਹੈ। ਮਹਾਰਾਜ ਜੀ ਕਹਿਣ ਲੱਗੇ, ਮੰਨੈ ਸੁਰਤ ਹੋਵੈ ਮਨ ਬੁੱਧ। ਮਨ ਬੁੱਧ ਦੇ ਵਿੱਚ ਜੇ ਉਸ ਵਾਹਿਗੁਰੂ ਦੇ ਬਚਨਾਂ ਨੂੰ ਮੰਨਦੇ ਹਾਂ, ਫਿਰ ਜਾ ਕੇ ਇਹਨੂੰ ਗਿਆਤ ਆਉਂਦੀ ਹੈ, ਸੋਝੀ ਆਉਂਦੀ ਹੈ। ਅਤੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਮੰਨਿਆ, ਵਾਹਿਗੁਰੂ ਦੇ ਨਾਮ ਨੂੰ ਜਪਿਆ, ਵਾਹਿਗੁਰੂ ਦੇ ਨਾਮ ਦੇ ਵਿੱਚ ਮਨ ਭਿੱਜ ਗਿਆ, ਅਤੇ ਫਿਰ ਜਿਹੜੇ ਦੁਨੀਆ ਦੇ ਰਸ ਕਸ ਜੋ ਸਾਨੂੰ ਆਪਣੇ ਪ੍ਰਤੀ ਆਕਰਸ਼ਿਤ ਕਰਦੇ ਨੇ, ਖਿੱਚਦੇ ਨੇ, ਸਾਡਾ ਮਨ ਦੌੜ ਜਾਂਦਾ ਹੈ, ਉਸ ਪਾਸੇ ਵੱਲੋਂ ਫਿਰ ਇਹ ਮਨ ਖੜ ਜਾਂਦਾ ਹੈ, ਟਿਕ ਜਾਂਦਾ ਹੈ, ਟਿਕਾ ਮਿਲ ਜਾਂਦਾ ਹੈ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਹਨ ਕਿ ਜਿਨ੍ਹਾਂ ਦਾ ਇਹ ਤੁੱਤ ਕੀ ਉਹ ਸੋਝੀ ਜਾਣੈ, ਨਾਮ ਸੰਗ ਜਿਸ ਕਾ ਮਨ ਮਾਨਿਆ। ਜਿਸ ਮਨੁੱਖ ਦਾ ਵਾਹਿਗੁਰੂ ਦੇ ਨਾਮ ਦੇ ਵਿੱਚ ਮਨ ਮੰਨ ਗਿਆ, ਭਾਵ ਹੁਣ ਧੱਕਾ ਨਹੀਂ, ਹੁਣ ਜ਼ਬਰਦਸਤੀ ਨਹੀਂ, ਇਹਨੂੰ ਰੋਕਣ ਦੀ ਕੋਸ਼ਿਸ਼ ਨਹੀਂ, ਇਹ ਰੁਕ ਚੁੱਕਿਆ ਹੈ। ਇਹ ਹੁਣ ਹਰ ਵੇਲੇ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜਿਆ ਹੋਇਆ ਹੈ। ਜਦੋਂ ਇਸ ਤਰ੍ਹਾਂ ਦੀ ਅਵਸਥਾ ਬਣ ਗਈ, ਨਾਨਕ ਤਿਨਹਿ ਨਿਰੰਜਨ ਜਾਣਿਆ। ਤੇ ਸੱਚਮੁੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇਹੋ ਹੀ ਤੇ ਖੇਡ ਹੈ। ਮਨ ਜੀਤੈ ਜਗ ਜੀਤ। ਜੇ ਮਨ ਨੂੰ ਜਿੱਤ ਲਿਆ ਤੇ ਜਗ ਨੂੰ ਜਿੱਤ ਲਿਆ। ਤੇ ਜਦੋਂ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਅਭੇਦ ਹੋ ਗਿਆ, ਮੰਨ ਗਿਆ, ਹੁਣ ਦੁਨੀਆ ਦੇ ਰੰਗ ਤਮਾਸ਼ੇ ਚੰਗੇ ਨਹੀਂ ਲੱਗਦੇ, ਭਾਵੇਂ ਜੋ ਮਰਜ਼ੀ ਹੁੰਦਾ ਹੋਵੇ। ਜੇ ਮਨ ਕਹਿ ਰਿਹਾ ਹੈ ਕਿ ਵਾਹਿਗੁਰੂ ਦਾ ਨਾਮ ਜਪਣਾ ਹੈ, ਵਾਹਿਗੁਰੂ ਦਾ ਨਾਮ ਹੀ ਸ੍ਰੇਸ਼ਟ ਹੈ, ਸਤਿਗੁਰੂ ਜੀ ਕਹਿਣ ਲੱਗੇ, ਉਸ ਪੁਰਸ਼ ਨੇ ਨਿਰਅੰਜਨ, ਜੋ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਮੈਲ ਰਹਿਤ ਹੈ, ਉਸ ਨੂੰ ਜਾਣ ਲਿਆ ਹੈ। ਗੁਰ ਪ੍ਰਸਾਦ ਆਪਨ ਆਪ ਸੁਝੈ। ਕਹਿਣ ਲੱਗੇ, ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਪੇ ਨੂੰ ਬੁੱਝ ਲਿਆ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਾਤਸ਼ਾਹ ਨੇ ਸਾਨੂੰ ਗੁਰਬਾਣੀ ਵਿੱਚ ਕਿਹਾ ਹੈ, ਮੇਰੇ ਮਨਾ ਤੂੰ ਜੋਤ ਸਰੂਪ ਹੈ। ਜੋਤ ਸਰੂਪ ਦਾ ਭਾਵ ਕੀ ਹੈ? ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਜੋਤ ਸਰੂਪ ਦਾ ਭਾਵ ਇਹ ਕਿ ਤੂੰ ਪਰਮਾਤਮਾ ਦੀ ਅੰਸ਼ ਵੰਸ਼ ਹੈ। ਪਰਮਾਤਮਾ ਜਿਹਨੂੰ ਸ਼ਬਦ ਵਰਤਦੇ ਪਰਮਾਤਮਾ, ਪਰਮ ਮਤਲਬ ਵੱਡਾ, ਵੱਡੀ ਆਤਮਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸੇ ਦੀ ਹੀ ਇੱਕ ਅੰਸ਼ ਵੰਸ਼ ਤੂੰ ਹੈ। ਇਸ ਕਰਕੇ ਤੂੰ ਜੋਤ ਸਰੂਪ ਹੈ। ਤੇਰੀ ਜਿਹੜੀ ਜੋਤ ਹੈ ਉਸ ਪਰਮ ਆਪੇ ਦੇ ਨਾਲ ਜੁੜਦੀ ਹੈ। ਇਸ ਕਰਕੇ ਤੂੰ ਉਸ ਨੂੰ ਛੱਡ ਕੇ ਦੁਨੀਆ ਦੇ ਰੰਗ ਤਮਾਸ਼ਿਆਂ ਦੇ ਵਿੱਚ ਆਪਣੀ ਬਿਰਤੀ ਨੂੰ ਖੰਡਿਤ ਨਾ ਕਰ। ਤੂੰ ਉਸ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਪੇ ਨੂੰ ਬੁੱਝ, ਆਪਣੇ ਆਪੇ ਨੂੰ ਸੁੱਝ ਗਿਆਤ ਪ੍ਰਾਪਤ ਕਰ। ਤਿਸ ਕੀ ਜਾਣਹੁ ਤ੍ਰਿਸ਼ਨਾ ਬੁਝੈ। ਤੇ ਜਿਨੇ ਇਹ ਬੁੱਝ ਲਿਆ, ਜਿਨੇ ਆਪਣੇ ਆਪੇ ਦੀ ਪਛਾਣ ਕਰ ਲਈ ਕਿ ਮੈਂ ਇਹ ਸਰੀਰ ਨਹੀਂ ਹਾਂ, ਮੈਂ ਇਹ ਫਲਾਨਾ ਸਿੰਘ ਨਹੀਂ ਹਾਂ, ਮੈਂ ਤੇ ਬ੍ਰਹਮ ਹਾਂ। ਬ੍ਰਹਮ ਹੀ ਭਾਵ ਪਰਮਾਤਮਾ ਦਾ ਹੀ ਰੂਪ ਹਾਂ, ਪਰਮਾਤਮਾ ਦਾ ਹੀ ਇੱਕ ਸਰੂਪ ਹਾਂ। ਜਿਸ ਨੇ ਆਪਣੇ ਆਪੇ ਨੂੰ ਇਉਂ ਕਰਕੇ ਬੁੱਝ ਲਿਆ, ਮਹਾਰਾਜ ਜੀ ਕਹਿਣ ਲੱਗੇ, ਤਿਸ ਕੀ ਜਾਣਹੁ ਤ੍ਰਿਸ਼ਨਾ ਬੁਝੈ। ਤੇ ਜਿਹੜਾ ਹਜੇ ਵੀ ਮੈਂ ਮੇਰੀ ਦੇ ਵਿੱਚ ਹੈ, ਇਸ ਸਰੀਰ ਦੇ ਵਿੱਚ ਹੈ, ਕਿਉਂਕਿ ਇਹ ਸਰੀਰ ਕੁਝ ਨਹੀਂ, ਸਰੀਰ ਦੇ ਅੰਦਰ ਇੱਕ ਆਤਮਾ ਹੈ। ਤੇ ਮਹਾਰਾਜ ਕਹਿਣ ਲੱਗੇ, ਜਦੋਂ ਇਹ ਆਤਮਾ ਚਲੀ ਜਾਂਦੀ ਹੈ ਤੇ ਜਿਹੜਾ ਸਰੀਰ ਹੈ ਮਿੱਟੀ ਦੀ ਢੇਰੀ ਹੋ ਜਾਂਦਾ ਹੈ। ਇਹ ਤੇ ਹਾੜ ਮਾਸ ਨਾੜੀ ਕੋ ਪਿੰਜਰ ਹੈ। ਇਸ ਕਰਕੇ ਇਹਦੇ ਅੰਦਰ ਇੱਕ ਜੀਓ ਜਿਹੜਾ ਵਸਦਾ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਉਸ 10ਵੇਂ ਦੁਆਰ ਦੇ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਹੁੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਿਨ੍ਹਾਂ ਨੇ ਆਪਣੇ ਆਪੇ ਨੂੰ ਬੁੱਝ ਲਿਆ, ਮਹਾਰਾਜ ਕਹਿਣ ਲੱਗੇ, ਉਹਦੀਆਂ ਸਾਰੀਆਂ ਤ੍ਰਿਸ਼ਨਾਵਾਂ, ਜਿੰਨੀਆਂ ਇੱਛਾਵਾਂ ਨੇ ਖਤਮ ਹੋ ਗਈਆਂ। ਸਾਧ ਸੰਗ ਹਰ ਹਰ ਜਸ ਕਹਿਤ। ਜਿਹੜਾ ਮਨੁੱਖ ਸਾਧ ਸੰਗਤ ਵਿੱਚ ਬੈਠ ਕਰਕੇ ਵਾਹਿਗੁਰੂ ਦਾ ਜਸ ਕਰਦਾ ਹੈ, ਹਰੀ ਹਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਪਾਤਸ਼ਾਹ ਜੀ ਕਹਿਣ ਲੱਗੇ, ਉਹ ਮਨੁੱਖ ਸਰਬ ਰੋਗ ਤੇ
ਬੜੇ ਤਰ੍ਹਾਂ ਦੇ ਰੋਗ ਮੰਨੇ ਗਏ ਨੇ। ਮਹਾਰਾਜ ਕਹਿਣ ਲੱਗੇ ਉਹ ਸਾਰੇ ਰੋਗਾਂ ਤੋਂ ਰਹਿਤ ਹੋ ਜਾਂਦਾ ਹੈ, ਤੰਦਰੁਸਤ ਹੈ। ਭਾਵ ਕਿਸੇ ਤਰ੍ਹਾਂ ਦਾ ਕੋਈ ਰੋਗ ਨਹੀਂ, ਕੋਈ ਸੋਗ ਨਹੀਂ, ਕੋਈ ਦੁੱਖ ਨਹੀਂ, ਕੋਈ ਚਿੰਤਾ ਨਹੀਂ, ਕਿਉਂਕਿ ਵਾਹਿਗੁਰੂ ਦੇ ਨਾਮ ਦੇ ਵਿੱਚ ਇੰਨੀ ਬਰਕਤ ਹੈ, ਇੰਨੀ ਕਿਰਪਾ ਹੈ। ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਹੜਾ ਉਸ ਵਾਹਿਗੁਰੂ ਦੇ ਨਾਲ ਜੁੜਦਾ ਹੈ, ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਨਤਮਸਤਕ ਹੁੰਦਾ ਹੈ। ਪਾਤਸ਼ਾਹ ਜੀ ਕਹਿੰਦੇ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲਾਗਨ ਪਾਵੈ, ਰਾਖਤ ਹੈ ਆਪਣੋ ਕਰਦੈ ਕਰ ਪਾਪ ਸਬੂਹ ਨ ਭੇਟਨ ਪਾਵੈ, ਔਰ ਕੀ ਬਾਤ ਕਹਾ ਕਹਿ ਤੋ ਸੋ ਪੇਟ ਹੀ ਕੇ ਪਟ ਬੀਜ ਬਚਾਵੈ। ਐਡਾ ਮੇਰਾ ਦਿਆਲੂ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਉਹਦੇ ਦਰ 'ਤੇ ਆਉਂਦਾ ਹੈ ਉਹ ਸਭਨਾਂ ਦੇ ਰੋਗ ਸੋਗ ਦੁੱਖ ਸਭ ਦੂਰ ਕਰ ਦਿੰਦਾ ਹੈ। ਜਿਹੜਾ ਉਹਦੇ ਵਿੱਚ ਅਭੇਦ ਹੀ ਹੋ ਗਿਆ, ਉਹਦੇ ਸਾਰੇ ਤਰ੍ਹਾਂ ਦੇ ਰੋਗ ਖਤਮ ਹੋ ਗਏ। ਅਨ ਦਿਨ ਕੀਰਤਨ ਕੇਵਲ ਬਖਿਆਨ, ਜਿਹੜਾ ਜੀਵ ਅਨ ਦਿਨ ਹਰ ਵੇਲੇ ਹਰ ਸਮੇਂ ਵਾਹਿਗੁਰੂ ਦੇ ਕੀਰਤਨ ਦਾ ਹੀ ਬਖਿਆਨ ਕਰਦਾ ਹੈ, ਵਾਹਿਗੁਰੂ ਦੀ ਕੀਰਤੀ ਵਡਿਆਈ ਹੀ ਕਰਦਾ ਹੈ, ਹਸਤ ਮਹਿ ਸੋਈ ਨਿਰਵਾਨ। ਤੇ ਸਤਿਗੁਰੂ ਜੀ ਕਹਿਣ ਲੱਗੇ ਉਹ ਗ੍ਰਸਤੀ ਜੀਵਨ ਵਿੱਚ ਰਹਿੰਦਿਆਂ ਹੋਇਆ ਵੀ ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ, ਕਾਹੇ ਛੀਪੋ ਛਾਇਲੇ ਰਾਮ ਨਾ ਲਾਵੋ ਚੀਤ। ਭਗਤ ਨਾਮਦੇਵ ਜੀ ਕਹਿੰਦੇ ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਦੇ ਨਾਲ ਸੰਸਾਰ ਦੀ ਕਾਰ ਵਿਹਾਰ ਕਰਨੀ ਹੈ, ਚਿੱਤ ਉਸ ਪ੍ਰਮਾਤਮਾ ਦੇ ਨਾਲ ਜੋੜ ਕਰਕੇ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿਹੜੇ ਹਰ ਵੇਲੇ ਵਾਹਿਗੁਰੂ ਦੀ ਕੀਰਤੀ ਕਰਦੇ ਨੇ ਉਹ ਗ੍ਰਸਤੀ ਧਰਮ ਵਿੱਚ ਰਹਿੰਦੇ ਹੋਏ ਵੀ ਨਿਰਵਾਣ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਨੇ, ਮੁਕਤੀ ਨੂੰ ਪਾ ਲੈਂਦੇ ਹਨ। ਇੱਕ ਉੱਪਰ ਜਿਸ ਜਨ ਕੀ ਆਸਾ, ਕਹਿਣ ਲੱਗੇ ਜਿਸ ਸ਼ਖਸ ਦੀ ਕੇਵਲ ਇੱਕ ਅਕਾਲ ਪੁਰਖ ਦੇ ਉੱਪਰ ਹੀ ਆਸਾ ਹੈ, ਭਾਵ ਅਵਰ ਆਸਾ ਸਭ ਲਾਹੇ, ਹੋਰ ਸਾਰੀਆਂ ਜਿਹੜੀਆਂ ਇੱਛਾਵਾਂ ਨੇ ਉਹ ਖਤਮ ਕਰ ਦਿੰਦੇ ਨੇ। ਕਿਸੇ ਦੇ ਉੱਪਰ ਉਹਨੂੰ ਭਰੋਸਾ ਨਹੀਂ, ਕਿਸੇ ਦੇ ਉੱਪਰ ਆਸ ਨਹੀਂ, ਕਿਸੇ ਦੀ ਟੇਕ ਨਹੀਂ, ਕਿਸੇ ਦਾ ਭਰੋਸਾ ਨਹੀਂ। ਭਰੋਸਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ। ਕਿਉਂਕਿ ਜੇ ਬੰਦੇ ਦੀ ਗੱਲ ਕਰਦੇ ਹਾਂ ਤੇ ਪਾਤਸ਼ਾਹ ਜੀ ਕਹਿੰਦੇ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਆ ਰਹੈ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਇਸ ਕਰਕੇ ਉਹ ਬੰਦੇ ਦੀ, ਮਨੁੱਖ ਦੀ, ਸੰਸਾਰ ਦੀ ਜਿਹੜੀ ਓਟ ਹੈ ਛੱਡ ਦਿੰਦੇ ਨੇ, ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਉੱਪਰ ਹੀ ਆਪਣਾ ਭਰੋਸਾ ਰੱਖਦੇ ਹਨ। ਤਿਸ ਕੀ ਕਟੀਐ ਜਮ ਕੀ ਫਾਸਾ, ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ, ਉਹਨਾਂ ਦੀ ਜਮਾਂ ਦੀ ਫਾਹੀ ਕੱਟ ਦਿੰਦੇ ਨੇ। ਉਹਨਾਂ ਨੂੰ ਫਿਰ ਜਨਮ ਲੈ ਕੇ ਆਉਣਾ ਤੇ ਮਰ ਕੇ ਜਾਣਾ, 84 ਲੱਖ ਦਾ ਗੇੜ ਖਤਮ ਹੋ ਜਾਂਦਾ ਹੈ। ਜਮਾਂ ਦੇ ਕੋਲੇ ਜਾ ਕਰਕੇ ਜਦੋਂ ਲੇਖਾ ਹੁੰਦਾ ਹੈ, ਉਸ ਲੇਖਾ ਧਰਮ ਰਾਏ ਕੀ ਬਾਕੀ ਸਾਰੇ ਲੇਖੇ ਪਾੜ ਦਿੱਤੇ ਜਾਂਦੇ ਨੇ, ਕੋਈ ਹਿਸਾਬ ਕਿਤਾਬ ਨਹੀਂ ਹੁੰਦਾ। ਬ੍ਰਹਮ ਕੀ ਜਿਸ ਮਨ ਭੂਖ, ਜਿਸ ਜੀਵ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਭੁੱਖ ਲੱਗ ਗਈ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਕਹਿੰਦੇ ਨੇ ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਪਰ ਨਾਲ ਬਚਨ ਕੀਤੇ ਬੜੇ ਸੁੰਦਰ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਹੈ ਦੂਖ, ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਜੇ ਭੁੱਖ ਲੱਗੇਗੀ, ਭੋਜਨ ਦੀ ਬੁਰਕੀ ਪੇਟ ਵਿੱਚ ਜਾਵੇਗੀ ਤੇ ਭੁੱਖ ਦੀ ਤ੍ਰਿਪਤੀ ਹੋਵੇਗੀ। ਇਸੇ ਤਰ੍ਹਾਂ ਸਾਚੇ ਨਾਮ ਕੀ ਲਾਗੈ ਭੂਖ, ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗ ਗਈ, ਉਤ ਭੁੱਖੈ, ਕਹਿਣ ਲੱਗੇ ਜਦੋਂ ਭੁੱਖ ਲੱਗਦੀ ਹੈ ਸੱਚੇ ਨਾਮ ਦੀ, ਖਾਏ ਚੱਲਿਆ ਹੈ ਦੁੱਖ, ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਮਹਾਰਾਜ ਕਹਿਣ ਲੱਗੇ ਜਿਸ ਮਨੁੱਖ ਨੂੰ ਪਾਰ ਬ੍ਰਹਮ ਕੀ ਜਿਸ ਮਨ ਭੂਖ, ਜਿਸ ਮਨੁੱਖ ਨੂੰ ਵਾਹਿਗੁਰੂ ਨੂੰ ਪਾਉਣ ਦੀ ਇੱਛਾ ਦੀ ਭੁੱਖ ਲੱਗ ਗਈ ਹੈ, ਨਾਨਕ ਤਿਸਹਿ ਨ ਲਾਗੈ ਦੁੱਖ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਲੱਗ ਸਕਦਾ, ਕੋਈ ਰੋਗ ਨਹੀਂ ਲੱਗ ਸਕਦਾ। ਐਡੀ ਬਖਸ਼ਿਸ਼ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋ ਜਾਂਦੀ ਹੈ। ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਜਿਸ ਮਨੁੱਖ ਨੂੰ ਆਪਣੇ ਹਿਰਦੇ ਦੇ ਵਿੱਚ
ਉਹ ਵਾਹਿਗੁਰੂ ਮਨ ਵਿੱਚ ਚੇਤੇ ਆਉਂਦਾ ਹੈ, ਹਰ ਵੇਲੇ ਯਾਦ ਰਹਿੰਦਾ ਹੈ। ਸੋ ਸੰਤ ਸੁਹੇਲਾ ਨਹੀਂ ਡੁਲਾਵੇ। ਮਹਾਰਾਜ ਜੀ ਕਹਿਣ ਲੱਗੇ ਉਹ ਸੰਤ ਹੈ, ਸੁਹੇਲਾ ਸੁਖੀ ਹੈ, ਨਹੀਂ ਡੁਲਾਵੇ, ਉਹ ਕਦੀ ਡੋਲਦਾ ਨਹੀਂ। ਜਿਸ ਪ੍ਰਭ ਆਪਣਾ ਕਿਰਪਾ ਕਰੇ। ਜਿਸ ਦੇ ਉੱਪਰ ਉਹ ਵਾਹਿਗੁਰੂ ਆਪਣਾ ਸਮਝ ਕੇ ਕਿਰਪਾ ਦ੍ਰਿਸ਼ਟੀ ਕਰਦਾ ਹੈ। ਸੋ ਸੇਵਕ ਕਹੋ ਕਿਸ ਤੇ ਡਰੇ। ਮਹਾਰਾਜ ਜੀ ਕਹਿਣ ਲੱਗੇ ਦੱਸੋ ਫਿਰ, ਜਿਹੜਾ ਵਾਹਿਗੁਰੂ ਨੇ ਆਪਣਾ ਪੁੱਤ ਹੀ ਬਣਾ ਲਿਆ, ਆਪਣਾ ਸੇਵਕ ਹੀ ਬਣਾ ਲਿਆ, ਆਪਣਾ ਸਰੂਪ ਹੀ ਬਣਾ ਲਿਆ, ਕਹਿਣ ਲੱਗੇ ਉਹ ਤੇ ਫਿਰ ਨਿਰਭਉ ਨਿਰਵੈਰ ਹੋ ਗਏ। ਕਹੋ, ਮਹਾਰਾਜ ਕਹਿਣ ਲੱਗੇ ਦੱਸੋ ਭਾਈ ਕਿਵੇਂ ਕੋਈ ਡਰ ਸਕਦਾ। ਸੋ ਸੇਵਕ ਕਹੋ ਕਿਸ ਤੇ ਡਰੈ। ਉਹ ਤੇ ਫਿਰ ਕਹਿੰਦਾ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਧਿਆਨ। ਨਾ ਮੈਂ ਕਿਸੇ ਨੂੰ ਡਰਾਉਣਾ ਤੇ ਨਾ ਮੈਂ ਕਿਸੇ ਦਾ ਡਰ ਮੰਨਣਾ। ਸੋ ਸੇਵਕ ਕਹੋ ਕਿਸ ਤੇ ਡਰੈ। ਪਾਤਸ਼ਾਹ ਕਹਿਣ ਲੱਗੇ ਦੱਸੋ ਉਹਨੂੰ ਡਰ ਕਿਹੜੀ ਗੱਲ ਦਾ ਰਿਹਾ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੁਨੀਆ ਦਾ ਮਾਲਕ ਉਹਦੇ ਨਾਲ ਹੈ। ਜੈਸਾ ਸਾ ਤੈਸਾ ਦ੍ਰਿਸ਼ਟਾਇਆ। ਕਿਉਂਕਿ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਜੈਸਾ ਆਪਣਾ ਸਰੂਪ ਹੈ ਉਸ ਨੂੰ ਦਿਖਾ ਦਿੱਤਾ ਹੈ, ਜੋ ਹਰ ਕਿਸੇ ਨੂੰ ਪਤਾ ਨਹੀਂ ਲੱਗਦਾ। ਕਿਉਂਕਿ ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਜੇ ਵੇਖਿਆ ਹੋਵੇ ਤਾਂ ਕੋਈ ਦੱਸ ਸਕਦਾ ਹੈ, ਪਰ ਆਪਣੇ ਸੇਵਕ ਤੇ ਕਿਰਪਾ ਕੀਤੀ, ਆਪਣਾ ਸਰੂਪ ਦਿਖਾ ਦਿੱਤਾ। ਆਪਣੇ ਕਾਰਜ ਮਹਿ ਆਪ ਸਮਾਇਆ। ਉਹ ਅਕਾਲ ਪੁਰਖ ਵਾਹਿਗੁਰੂ ਉਹਦਾ ਕਾਰਜ ਕੀ ਹੈ? ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ। ਜਿੰਨੇ ਵੀ ਜੀ ਜੰਤੂ ਨੇ ਪੈਦਾ ਕੀਤੇ, ਫਿਰ ਉਹਨਾਂ ਦੇ ਖਾਣ ਦਾ ਪ੍ਰਬੰਧ ਕਰਦਾ ਹੈ, ਫਿਰ ਉਹਨਾਂ ਨੂੰ ਖਤਮ ਵੀ ਕਰਦਾ ਹੈ। ਕਿਉਂਕਿ ਇਹ ਸਾਰੀ ਉਸ ਵਾਹਿਗੁਰੂ ਦੀ ਖੇਡ ਹੈ। ਆਪਣੇ ਕਾਰਜ ਮਹਿ ਆਪ ਸਮਾਇਆ। ਇਹ ਸਾਰੀ ਸ੍ਰਿਸ਼ਟੀ ਨੂੰ ਰਚਨਹਾਰਾ ਕਰਨਹਾਰਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ, ਤੇ ਆਪ ਹੀ ਇਸ ਸ੍ਰਿਸ਼ਟੀ ਦੇ ਵਿੱਚ ਉਹ ਸਮਾਇਆ ਹੋਇਆ ਹੈ। ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੇ ਉਹ ਸਰਬ ਠਾਈ। ਉਹ ਅਕਾਲ ਪੁਰਖ ਵੱਖਰਾ ਵੀ ਹੈ ਪਰ ਵਿੱਚ ਵੀ ਹੈ, ਇਉਂ ਆਪ ਹੀ ਸਮਾਇਆ ਹੋਇਆ ਹੈ। ਸੋਦਤ 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 ਸੀਜਿਆ। ਕਹਿਣ ਲੱਗੇ ਇਉਂ ਸੋਦਤ ਵੇਦਾਂ ਕਰਕੇ, ਸੋਦਤ ਸ਼ਾਸਤਰਾਂ ਕਰਕੇ, ਸੋਦਤ ਸਿਮਰਤੀਆਂ ਕਰਕੇ, ਸੋਦਤ ਮਨ ਕਰਕੇ, ਸੋਦਤ ਤਨ ਕਰਕੇ, ਸੋਦਤ ਬਾਣੀ ਕਰਕੇ ਉਸ ਵਾਹਿਗੁਰੂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਗੁਰ ਪ੍ਰਸਾਦ ਤਤ ਸਭ ਬੂਝਿਆ। ਪਰ ਕਹਿਣ ਲੱਗੇ ਗੁਰੂ ਦੀ ਕਿਰਪਾ ਹੋਈ ਜਦੋਂ, ਲੱਭਣ ਦੀ ਕੋਸ਼ਿਸ਼ ਤਾਂ ਬੜੀ ਕੀਤੀ, ਵੇਦਾਂ ਦੇ ਰਾਹੀਂ, ਸ਼ਾਸਤਰਾਂ ਦੇ ਰਾਹੀਂ, ਸਿਮਰਤੀਆਂ ਦੇ ਰਾਹੀਂ, ਜਪ ਤਪ ਧੂਣੇ ਆਦਿ ਤਾਣ ਕੇ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ। ਜਦੋਂ ਗੁਰੂ ਦੀ ਕਿਰਪਾ ਹੋਈ ਉਦੋਂ ਤਤ ਸਰੂਪ ਪਰਮਾਤਮਾ ਨੂੰ ਬੁੱਝ ਲਿਆ, ਜਾਣ ਲਿਆ। ਜਬ ਦੇਖੋ ਤਬ ਸਭ ਕਿਛ ਮੂਲ। ਕਹਿਣ ਲੱਗੇ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ, ਉਸ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਫਿਰ ਮੂਲ ਰੂਪ ਮੋਢੀ ਰੂਪ ਅਕਾਲ ਪੁਰਖ ਵਾਹਿਗੁਰੂ ਆਪ ਹੀ ਦੀਦਾਰ ਦਿੰਦਾ ਹੈ। ਨਾਨਕ ਸੋ ਸੂਖਮ ਸੋਈ ਅਸਥੂਲ। ਮਹਾਰਾਜ ਜੀ ਕਹਿਣ ਲੱਗੇ ਉਹ ਸੂਖਮ ਰੂਪ ਵੀ ਹੈ, ਉਹ ਅਸਥੂਲ ਰੂਪ ਵੀ ਹੈ, ਉਹ ਸਰੀਰਾਂ ਦੇ ਵਿੱਚ ਵੀ ਵਸ ਰਿਹਾ ਹੈ, ਉਹ ਨਿਰਗੁਣ ਵੀ ਹੈ, ਉਹ ਸਰਗੁਣ ਵੀ ਹੈ। ਨਹਿ ਕਿਛ ਜਨਮ ਨਹਿ ਕਿਛ ਮਰੈ। ਕਹਿਣ ਲੱਗੇ ਨਾ ਤੇ ਉਹ ਜਨਮ ਲੈ ਕੇ ਆਉਂਦਾ ਹੈ ਤੇ ਨਾ ਮਰ ਕੇ ਜਾਂਦਾ ਹੈ, ਉਹ ਤੇ ਇੱਥੇ ਹੀ ਸੀ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸਾਰਾ ਪਸਾਰਾ ਉਸ ਵਾਹਿਗੁਰੂ ਦਾ ਸੱਚਾ ਹੈ, ਤੇ ਆਪ ਹੀ ਇਸ ਸੱਚੇ ਬ੍ਰਹਿਮੰਡ ਦੇ ਪਸਾਰੇ ਦੇ ਵਿੱਚ ਪਸਰ ਰਿਹਾ ਹੈ। ਆਪਨ ਚਲਿਤ ਆਪ ਹੀ ਕਰੈ। ਆਪਣੇ ਕੌਤਕ ਆਪ ਹੀ ਕਰ ਰਿਹਾ ਹੈ, ਨਿਰਗੁਣ ਰੂਪ ਦੇ ਵਿੱਚ, ਸਰਗੁਣ ਰੂਪ ਦੇ ਵਿੱਚ ਵਿਚਰ ਰਿਹਾ ਹੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ। ਕਹਿਣ ਲੱਗੇ ਆਵਨ ਜਾਵਨ, ਇਹ ਜਿਹੜੀ ਸ੍ਰਿਸ਼ਟੀ ਦੇ ਵਿੱਚ ਆਉਣ ਜਾਣ ਦੀ ਖੇਡ ਹੈ। ਜੀਵ ਜਨਮ ਲੈ ਕੇ ਆਉਂਦਾ ਹੈ, ਮਰ ਕੇ ਚਲਿਆ ਜਾਂਦਾ ਹੈ। ਦ੍ਰਿਸ਼ਟ ਜੋ ਸਾਨੂੰ ਦ੍ਰਿਸ਼ਟੀ ਆ ਰਿਹਾ ਹੈ, ਸਾਨੂੰ ਵੇਖ ਰਿਹਾ ਹੈ। ਫਿਰ ਇਸੇ ਤਰ੍ਹਾਂ ਇਕੱਲਾ ਇਹ ਨਹੀਂ ਕਿ ਇੰਨਾ ਕੋ ਪਸਾਰਾ ਹੈ, ਬੜਾ ਪਸਾਰਾ ਐਸਾ ਹੈ ਜੋ ਸਾਨੂੰ ਦਿਖਦਾ ਹੀ ਨਹੀਂ।
ਬੜੀਆਂ ਗੈਬੀ ਰੂਹਾਂ ਨੇ, ਬੜੀਆਂ ਗੈਬੀ ਸ਼ਕਤੀਆਂ ਨੇ, ਉਹ ਵੀ ਪ੍ਰਮਾਤਮਾ ਦੀਆਂ ਹੀ ਬਣਾਈਆਂ ਹੋਈਆਂ ਨੇ। ਉਹਦੇ ਲਈ ਸ਼ਬਦ ਵਰਤਿਆ ਅਨਦ੍ਰਿਸ਼ਟ, ਜਿਨ੍ਹਾਂ ਨੂੰ ਸਾਡੀਆਂ ਇਹ ਅੱਖਾਂ ਨਹੀਂ ਦੇਖ ਸਕਦੀਆਂ, ਕੇਵਲ ਪ੍ਰਮਾਤਮਾ ਦੇਖ ਸਕਦਾ ਹੈ। ਮਹਾਰਾਜ ਜੀ ਕਹਿਣ ਲੱਗੇ ਇਉਂ ਆਉਣ ਜਾਣ ਵਾਲੀ ਜਿਹੜੀ ਦ੍ਰਿਸ਼ਟੀ ਵਿੱਚ ਆਉਣ ਵਾਲੀ ਸ੍ਰਿਸ਼ਟੀ, ਇਸੇ ਤਰ੍ਹਾਂ ਅਨਦ੍ਰਿਸ਼ਟ ਨਾ ਦੇਖਣ ਵਾਲੀ ਪੈਦਾ ਕੀਤੀ ਹੋਈ ਸ੍ਰਿਸ਼ਟੀ, ਆਗਿਆਕਾਰੀ ਤਾਰੀ ਸਭ ਸ੍ਰਿਸ਼ਟ। ਜਿੰਨੀ ਵੀ ਤਰ੍ਹਾਂ ਦੀ ਸ੍ਰਿਸ਼ਟੀ ਹੈ, ਭਾਵੇਂ ਉਹ ਦਿਖਦੀ ਹੈ ਸਥੂਲ ਰੂਪ ਦੇ ਵਿੱਚ, ਭਾਵੇਂ ਸੂਖਮ ਰੂਪ ਦੇ ਵਿੱਚ, ਸਾਰੀ ਇਹ ਵਾਹਿਗੁਰੂ ਤੇਰੇ ਹੁਕਮ ਦੇ ਵਿੱਚ ਹੀ ਚੱਲ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਅਟਲ ਹੈ। ਜਪਜੀ ਸਾਹਿਬ ਦੇ ਆਰੰਭ ਵਿੱਚ ਹੀ ਆਪਾਂ ਪੜ੍ਹਦੇ ਹਾਂ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿਣ ਲੱਗੇ ਜਿੰਨੇ ਵੀ ਦਰਿਆ ਨੇ, ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ, ਸਭ ਕੁਝ ਵਾਹਿਗੁਰੂ ਦੇ ਭੈ ਦੇ ਵਿੱਚ ਹੈ, ਹੁਕਮ ਦੇ ਵਿੱਚ ਹੈ, ਸਭ ਆਗਿਆਕਾਰੀ ਹਨ। ਆਪੇ ਆਪ ਸਗਲ ਮਹਿ ਆਪ, ਉਹ ਵਾਹਿਗੁਰੂ ਆਪਣੇ ਆਪ, ਭਾਵ ਭਗਤ ਰੂਪ ਵੀ ਆਪ ਹੈ, ਸੇਵਕ ਰੂਪ ਵੀ ਆਪ ਹੈ ਤੇ ਬ੍ਰਹਮ ਰੂਪ ਵੀ ਆਪ ਹੈ। ਸਗਲ ਮਹਿ ਆਪ, ਸਾਰਿਆਂ ਦੇ ਵਿੱਚ ਵੀ ਉਹ ਆਪ ਹੀ ਪਸਰ ਰਿਹਾ ਹੈ। ਅਨੇਕ ਜੁਗਤ ਰਚ ਥਾਪ ਥਾਪ, ਤੇ ਅਨੇਕਾਂ ਤਰੀਕਿਆਂ ਦੇ ਨਾਲ, ਜੁਗਤੀਆਂ ਦੇ ਨਾਲ ਰਚ ਰਚਨਾ ਕੀਤੀ ਇਸ ਸ੍ਰਿਸ਼ਟੀ ਦੀ। ਥਾਪ ਥਾਪਿਆ, ਉਥਾਪ, ਫਿਰ ਉਹਨਾਂ ਦਾ ਵਿਨਾਸ਼ ਵੀ ਕਰ ਦੇਣਾ ਹੈ, ਮਿੰਟ ਵਿੱਚ ਪਰਲੋ ਵੀ ਲੈ ਆਉਣਾ ਹੈ। ਪਹਿਲਾਂ ਪੈਦਾ ਕਰਦਾ ਹੈ, ਫਿਰ ਪਾਲਦਾ ਹੈ ਤੇ ਫਿਰ ਉਹਨਾਂ ਦੀ ਲੈਤਾ ਵੀ ਕਰ ਦਿੰਦਾ ਹੈ। ਅਬਿਨਾਸੀ ਨਾਹੀ ਖਿਸ਼ ਗੰਢ, ਉਹ ਵਾਹਿਗੁਰੂ ਅਬਿਨਾਸ਼ੀ, ਜੋ ਕਦੇ ਨਾਸ ਨਹੀਂ ਹੁੰਦਾ ਤੇ ਨਾ ਹੀ ਉਹਦੇ ਟੋਟੇ ਹੋ ਸਕਦੇ ਨੇ, ਨਾ ਉਹਨੂੰ ਖੰਡਿਆ ਜਾ ਸਕਦਾ ਹੈ। ਤਾਰਨ ਤਾਰ ਰਹਿਓ ਬ੍ਰਹਮੰਡ, ਉਹ ਸਾਰੀ ਸ੍ਰਿਸ਼ਟੀ ਨੂੰ ਧਾਰਨ ਵਾਲਾ, ਕੁੱਲ ਕਾਇਨਾਤ ਸਿਰਜਣ ਵਾਲਾ, ਰਹਿਓ ਬ੍ਰਹਮੰਡ, ਬ੍ਰਹਮੰਡਾਂ ਦੇ ਵਿੱਚ ਵਸ ਰਿਹਾ ਹੈ। ਅਲਖ ਅਭੇਵ ਪਰਖ ਪਰਤਾਪ, ਉਹ ਨਾ ਲਖਣ ਵਾਲਾ ਹੈ, ਅਭੇਵ, ਉਹਦਾ ਕੋਈ ਭੇਦ ਨਹੀਂ ਜਾਣ ਸਕਦਾ, ਉਹਦਾ ਤੇਜ ਪ੍ਰਤਾਪ ਬਹੁਤ ਜ਼ਿਆਦਾ ਹੈ। ਆਪ ਜਪਾਏ ਤ ਨਾਨਕ ਜਾਪ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੀ ਉਹ ਕਿਰਪਾ ਦ੍ਰਿਸ਼ਟੀ ਕਰੇ ਤਾਂ ਇਹ ਜੀਵ ਨਾਮ ਜਪਦਾ ਹੈ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਜਿਨ੍ਹਾਂ ਨੇ ਵਾਹਿਗੁਰੂ ਨੂੰ ਜਾਣ ਲਿਆ ਉਹ ਸ਼ੋਭਾ ਦੇ ਸਹਿਤ ਹੋ ਗਏ, ਵਡਿਆਈ ਦੇ ਸਹਿਤ ਹੋ ਗਏ। ਸਗਲ ਸੰਸਾਰ ਉਦਰੈ ਤਿਨ ਮੰਤ, ਕਹਿਣ ਲੱਗੇ ਉਹਨਾਂ ਦੇ ਮੰਤ, ਉਹਨਾਂ ਦੀ ਬੋਲ ਬਾਣੀ ਕਰਕੇ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਸਾਰਾ ਸੰਸਾਰ ਮੰਨੈ। ਤਰੈ ਤਾਰੇ ਗੁਰਸਿੱਖ ਜਿਹੜੇ ਆਪ ਤਰ ਗਏ ਉਹ ਹੋਰਾਂ ਨੂੰ ਵੀ ਤਾਰ ਲੈਂਦੇ ਹਨ। ਪ੍ਰਭ ਕੇ ਸੇਵਕ ਸਗਲ ਉਦਾਰਨ, ਵਾਹਿਗੁਰੂ ਦੇ ਜਿਹੜੇ ਸੇਵਕ ਨੇ ਉਹ ਸਾਰਿਆਂ ਨੂੰ ਤਾਰਨ ਦੇ ਸਮਰੱਥ ਹਨ। ਪ੍ਰਭ ਕੇ ਸੇਵਕ ਦੁਖ ਵਿਸਾਰਨ, ਵਾਹਿਗੁਰੂ ਦੇ ਜਿਹੜੇ ਸੇਵਕ ਹਨ ਉਹਨਾਂ ਵਿੱਚ ਇੰਨੀ ਬਖਸ਼ਿਸ਼ ਹੈ, ਉਹ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ ਹਨ। ਆਪੇ ਮੇਲ ਲਏ ਕਿਰਪਾਲ, ਤੇ ਕਹਿਣ ਲੱਗੇ ਉਹਨਾਂ ਨੂੰ ਵਾਹਿਗੁਰੂ ਆਪ ਹੀ ਆਪਣੇ ਨਾਲ ਮਿਲਾ ਲੈਂਦੇ ਹਨ। ਗੁਰ ਕਾ ਸ਼ਬਦ ਜਪ ਪਏ ਨਿਹਾਲ, ਕਿਉਂਕਿ ਗੁਰੂ ਦੇ ਸ਼ਬਦ ਨੂੰ ਜਪ ਕਰਕੇ ਉਹ ਨਿਹਾਲ ਹੋ ਗਏ। ਉਨ ਕੀ ਸੇਵਾ ਸੋਈ ਲਾਗੈ, ਤੇ ਉਹਨਾਂ ਸੇਵਕਾਂ ਦੀ, ਸੰਤਾਂ ਦੀ, ਸਤਿਪੁਰਸ਼ਾਂ ਦੀ ਸੇਵਾ ਵਿੱਚ ਉਹ ਹੀ ਲੱਗ ਸਕਦਾ ਹੈ ਜਿਸ ਨੂੰ ਕਿਰਪਾ ਕਰ ਕਰ ਹੈ ਬਟ ਭਾਗੈ। ਕਹਿਣ ਲੱਗੇ ਜਿਨ੍ਹਾਂ ਦੇ ਉੱਪਰ ਉਸ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਤੇ ਉਹ ਜੋ ਵੱਡਿਆਂ ਭਾਗਾਂ ਵਾਲੇ ਹਨ। ਨਾਮ ਜਪਤ ਪਾਵਹਿ ਬਿਸਰਾਮ, ਕਿਉਂਕਿ ਵਾਹਿਗੁਰੂ ਦਾ ਨਾਮ ਜਪ ਕੇ ਹੀ ਵਿਸ਼ਰਾਮ, ਟਿਕਾਣਾ, ਟਿਕਾ ਪਾਇਆ ਜਾ ਸਕਦਾ ਹੈ। ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਐਸੇ ਸੇਵਕਾਂ ਨੂੰ, ਐਸੇ ਸਤਿਪੁਰਸ਼ਾਂ ਨੂੰ ਉੱਤਮ ਕਰਕੇ ਜਾਣੋ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਵਾਹਿਗੁਰੂ ਦੇ ਚਰਨਾਂ ਵਿੱਚ ਟਿਕਾਣਾ ਕੀਤਾ ਹੈ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਉਹ ਜੋ ਕੁਝ ਵੀ ਕਰਦੇ ਨੇ ਸਭ ਕੁਝ ਵਾਹਿਗੁਰੂ ਦੇ ਰੰਗ ਦੇ ਵਿੱਚ ਹੀ ਕਰਦੇ ਹਨ। ਸਦਾ ਸਦਾ ਬਸੈ ਹਰ ਸੰਗ, ਹਮੇਸ਼ਾ ਹਮੇਸ਼ਾ ਵਾਹਿਗੁਰੂ ਦੇ ਨਾਲ ਹੀ ਵਸਦੇ ਹਨ। ਸਹਿਜ ਸੁਭਾਏ ਹੋਵੈ ਸੋ ਹੋਏ, ਕਹਿਣ ਲੱਗੇ ਸੁਤੇ ਸਿੱਧ ਜੋ ਵੀ ਹੋ ਜਾਵੇ
ਉਹ ਕਦੇ ਵੀ ਆਪਣੀ ਹਉਮੈ ਦੇ ਵਿੱਚ ਨਹੀਂ ਗੱਲ ਕਰਦੇ ਕਿ ਅਸੀਂ ਕੀਤਾ। ਉਹ ਸਭ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਗਿਣਦੇ ਹਨ। ਕਰਨ ਹਾਰ ਪਛਾਣ ਸੋਏ। ਸਹਿਜ ਸੁਭਾਵੇ ਜੇ ਕੋਈ ਉਹਨਾਂ ਤੋਂ ਬਚਨ ਵੀ ਹੋ ਜਾਵੇ, ਬਚਨ ਪੂਰਾ ਹੋ ਜਾਵੇ, ਤੇ ਇਸ ਵਿੱਚ ਆਪਣੀ ਹਉਮੈ ਨਹੀਂ ਗਿਣਦੇ, ਬਲਕਿ ਇਹ ਕਹਿੰਦੇ ਨੇ ਕਿ ਕਰਨ ਵਾਲਾ ਇੱਕ ਵਾਹਿਗੁਰੂ ਆਪ ਹੀ ਹੈ। ਇਹ ਉਸੇ ਦੀ ਖੇਡ ਉਸੇ ਨਹੀਂ ਕੀਤਾ ਹੈ। ਪ੍ਰਭ ਕਾ ਕੀਆ ਜਨ ਮੀਠਲ ਗਾਨਾ। ਉਹ ਵਾਹਿਗੁਰੂ ਦਾ ਕੀਤਾ ਹੋਇਆ ਕਾਰਜ ਭਾਣਾ ਮਿੱਠਾ ਕਰਕੇ ਮੰਨਦੇ ਹਨ, ਜੈਸਾ ਸਾ ਤੈਸਾ ਦ੍ਰਿਸ਼ਟਾਨ। ਕਿਉਂਕਿ ਵਾਹਿਗੁਰੂ ਨੇ ਕਿਰਪਾ ਕੀਤੀ, ਆਪਣਾ ਜੋ ਸਰੂਪ ਹੈ ਉਹਨਾਂ ਨੂੰ ਪ੍ਰਤੱਖ ਦਿਖਾ ਦਿੱਤਾ। ਜਿਸ ਤੇ ਉਪਜੇ ਤਿਸ ਮਾਹੇ ਸਮਾਏ। ਉਹ ਤੇ ਜਿਨ੍ਹਾਂ ਦੇ ਵਿੱਚੋਂ ਪੈਦਾ ਹੋਏ, ਭਾਵ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਨੇ ਇਸ ਮਾਤ ਲੋਕ ਤੇ ਭੇਜਿਆ। ਪੰਜ ਤੱਤਾਂ ਦਾ ਸਰੀਰ ਬਣਿਆ। ਪੰਜ ਤੱਤ ਆਪੋ ਆਪਣੇ ਭੂਤ ਤੱਤਾਂ ਦੇ ਵਿੱਚ ਸਮਾ ਜਾਂਦੇ ਨੇ, ਤੇ ਜਿਹੜੀ ਜੋਤ ਹੈ ਉਹ ਪਰਮ ਆਪੇ ਦੇ ਵਿੱਚ, ਪਰਮ ਜੋਤ ਵਿੱਚ ਸਮਾ ਜਾਂਦੀ ਹੈ। ਓਏ ਸੁਖ ਨਿਦਾਨ ਉਨਹੂ ਬਨ ਆਏ। ਤੇ ਕਹਿਣ ਲੱਗੇ ਉਹ ਸੁੱਖਾਂ ਦੇ ਖਜ਼ਾਨੇ ਬਣ ਗਏ, ਤੇ ਉਹਨਾਂ ਤਾਈਂ ਹੀ ਇਹ ਸੁੱਖ ਹੁੰਦੇ ਹਨ ਕਿਉਂਕਿ ਉਹਨਾਂ ਨੇ ਨਾਮ ਜਪ ਕੇ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ। ਆਪਸ ਕੋ ਆਪ ਦੀਨੋ ਮਾਨ। ਇਉਂ ਕਹਿੰਦੇ ਹਨ ਕਿ ਵਾਹਿਗੁਰੂ ਨੇ ਆਪਸ ਕੋ ਆਪ ਦੀਨੋ ਮਾਨ, ਆਪ ਵੱਡੇ ਰੂਪ ਦੇ ਵਿੱਚ ਹੋ ਕਰਕੇ ਛੋਟੇ ਸਰੂਪ ਵਿੱਚ ਆਪ ਹੀ ਆਪਣੇ ਆਪ ਨੂੰ ਸਭ ਮੈਂ ਜੋਤ ਜੋਤ ਹੈ ਸੋਏ ਦੇ ਸਿਧਾਂਤ ਅਨੁਸਾਰ ਆਪਣਿਆਂ ਭਗਤਾਂ ਨੂੰ, ਸੇਵਕਾਂ ਨੂੰ ਆਪ ਹੀ ਮਾਣ ਦੇ ਰਿਹਾ ਹੈ। ਕਹਿਣ ਤੋਂ ਭਾਵ ਕਿ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਪ੍ਰਮਾਤਮਾ ਤੇ ਪ੍ਰਮਾਤਮਾ ਦੇ ਭਗਤ ਹੁਣ ਇੱਕ ਰੂਪ ਹੋ ਗਏ। ਇਸ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪ੍ਰਮਾਤਮਾ ਆਪਣੇ ਆਪ ਨੂੰ ਆਪ ਹੀ ਮਾਣ ਸਨਮਾਨ ਦੇ ਰਿਹਾ ਹੈ। ਨਾਨਕ ਪ੍ਰਭ ਜਨ ਏਕੋ ਜਾਨ। ਇਸ ਕਰਕੇ ਗੁਰੂ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਉਸ ਅਕਾਲ ਪੁਰਖ ਵਾਹਿਗੁਰੂ ਤੇ ਉਸ ਵਾਹਿਗੁਰੂ ਦੀ ਬੰਦਗੀ ਕਰਨ ਵਾਲਾ ਸੇਵਕ, ਇਹਨਾਂ ਨੂੰ ਇੱਕ ਰੂਪ ਹੀ ਜਾਣੋ। ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਤੋਂ ਖਿਮਾ। ਗੁਰੂ ਕੀ ਸੰਗਤ ਗੁਰੂ ਮਹਾਰਾਜ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ ਜੀ, ਅਗਾਂਹ ਤੋਂ ਸਮਤ ਬਖਸ਼ਣੀ। ਸ੍ਰੇਸ਼ਟ ਮਤ ਬੋਧ ਅਨੁਸਾਰ ਕਥਾ ਵਿਚਾਰ ਕਰ ਸਕੀਏ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।